ਪ੍ਰੋਡਕਟ ਦੇ ਵਿੱਚ ਸੁਟੇਬਿਲਿਟੀ ਆਫ ਸੋਲ ਪ੍ਰੋਪਰਾਈਟਰਸ਼ਿਪ। ਜਿਹੜਾ ਸੋਲ ਪ੍ਰੋਪਰਾਈਟਰਸ਼ਿਪ ਦਾ ਬਿਜ਼ਨਸ ਆ ਉਹ ਕਿਸ ਸਿਚੁਏਸ਼ਨ ਦੇ ਵਿੱਚ ਵਧੀਆ ਹੋਏਗਾ, ਕਿਸ ਸਿਚੁਏਸ਼ਨ 'ਚ ਕਿਸ ਏਰੀਆ ਤੇ ਬੈਸਟ ਹੋਏਗਾ ਕਿ ਉੱਥੇ ਅਸੀਂ ਸੋਲ ਪ੍ਰੋਪਰਾਈਟਰਸ਼ਿਪ ਦਾ ਬਿਜ਼ਨਸ ਸਟਾਰਟ ਕਰੀਏ। ਸੋ ਆਪਾਂ 1 ਬਾਈ 1 ਪੁਆਇੰਟ ਡਿਸਕਸ ਕਰਾਂਗੇ। ਫਸਟ ਆ ਜਾਂਦਾ ਵਾ ਲੋਕਲ ਮਾਰਕੀਟ। ਲੋਕਲ ਮਾਰਕੀਟ, ਜੇ ਆਪਾਂ ਲੋਕਲ ਮਾਰਕੀਟ ਦੀ ਗੱਲ ਕਰੀਏ, ਇਹਦਾ ਸਾਈਜ਼ ਕੀ, ਆਪਾਂ ਬਿਜ਼ਨਸ ਦਾ ਸਾਈਜ਼ ਕੀ ਹੁੰਦਾ, ਆਪਣਾ ਛੋਟਾ ਹੁੰਦਾ, ਕੈਪੀਟਲ ਆਪਣੀ ਘੱਟ ਇਨਵੈਸਟ ਹੁੰਦੀ ਹੈ, ਲਿਮਿਟਡ ਮੈਨੇਜਰੀਅਲ ਸਕਿੱਲਸ ਹੁੰਦੀਆਂ ਵਾ। ਸੋ ਇਹਦੇ ਅਕੋਰਡਿੰਗ ਜਿਹੜੀ ਲੋਕਲ ਮਾਰਕੀਟ ਹੁੰਦੀ ਹੈ ਉਹ ਬੈਸਟ ਹੁੰਦੀ ਹੈ ਸੋਲ ਪ੍ਰੋਪਰਾਈਟਰਸ਼ਿਪ ਦੇ ਲਈ। ਕਿਉਂਕਿ ਇਹਦੇ ਵਿੱਚ ਜਿਹੜਾ ਕਸਟਮਰ ਦੇ ਨਾਲ ਡਾਇਰੈਕਟ ਕੰਟੈਕਟ ਦੇ ਵਿੱਚ ਰਹਿੰਦਾ ਵਾ, ਆਪਣਾ ਜਿਹੜਾ ਪ੍ਰੋਪਰਾਈਟਰ ਹੋਏਗਾ ਉਹਨੂੰ ਕਸਟਮਰ ਦੀ ਸਾਰੀ ਲਾਈਕਿੰਗ ਡਿਸਲਾਈਕਿੰਗ ਬਾਰੇ ਪਤਾ ਹੁੰਦਾ ਤੇ ਆਪਣਾ ਬਿਜ਼ਨਸ ਕੀ ਹੈ ਵਧੀਆ ਤਰੀਕੇ ਨਾਲ ਕਰ ਸਕਦਾ ਲੋਕਲ ਮਾਰਕੀਟ ਦੇ ਵਿੱਚ। ਸੋ ਆਪਣੀ ਸਰਵਿਸ ਬੈਸਟ ਤਰੀਕੇ ਨਾਲ ਉਹ ਡਿਲੀਵਰ ਕਰੇਗਾ। ਸੋ ਇਹ ਕੀ ਹੋ ਗਿਆ, ਲੋਕਲ ਮਾਰਕੀਟ ਦੇ ਲਈ ਕੀ ਹੈ, ਸੂਟੇਬਲ ਆ ਸੋਲ ਪ੍ਰੋਪਰਾਈਟਰਸ਼ਿਪ ਦਾ ਬਿਜ਼ਨਸ। ਅੱਗੇ ਆਇੰਦਾ ਕਸਟਮਰ ਰਿਕੁਆਇਰ ਪਰਸਨਲ ਅਟੈਂਸ਼ਨ। ਜਿਹੜੇ ਬਿਜ਼ਨਸ ਦੇ ਵਿੱਚ ਕਸਟਮਰ ਚਾਹੁੰਦੇ ਕਿ ਸਾਨੂੰ ਪਰਸਨਲ ਅਟੈਂਸ਼ਨ ਦਿੱਤੀ ਜਾਵੇ, ਉੱਥੇ ਆਪਣਾ ਇਹ ਸੂਟੇਬਲ ਹੋਏਗਾ। ਐਗਜ਼ਾਮਪਲ ਦੇ ਤੌਰ ਤੇ ਜਿਸ ਤਰ੍ਹਾਂ ਮੈਡੀਕਲ ਹੋ ਗਿਆ, ਲੀਗਲ ਸਰਵਿਸ ਹੋ ਗਿਆ, ਇਹਨਾਂ ਵਿੱਚ ਸੋਲ ਪ੍ਰੋਪਰਾਈਟਰਸ਼ਿਪ ਮੇਨ ਰੋਲ ਪਲੇ ਕਰੇਗੀ। ਨੈਕਸਟ ਆਇੰਦਾ ਫ੍ਰੀਕੁਐਂਟ ਚੇਂਜਸ ਇਨ ਫੈਸ਼ਨ ਐਂਡ ਟੇਸਟ। ਜਿਹੜੇ ਬਿਜ਼ਨਸ ਦੇ ਵਿੱਚ ਚੇਂਜਸ ਬਹੁਤ ਜਲਦੀ ਹੋ ਜਾਂਦੀਆਂ ਟੇਸਟ ਜਾਂ ਫੈਸ਼ਨ ਦੇ ਅਕੋਰਡਿੰਗ, ਉੱਥੇ ਇਹ ਬੈਸਟ ਰਹੇਗਾ ਬਿਜ਼ਨਸ ਕਰਨਾ। ਜਿਸ ਤਰ੍ਹਾਂ ਆਪਾਂ ਕਹਿ ਦਈਏ ਕਿ ਚੇਂਜਸ ਆ ਰਹੀਆਂ ਆਪਣੀਆਂ, ਟੇਲਰਿੰਗ ਹੋ ਗਿਆ, ਫੋਟੋਗ੍ਰਾਫੀ ਹੋ ਗਿਆ, ਹੇਅਰ ਡਰੈਸਿੰਗ ਹੋ ਗਿਆ, ਇਹਨਾਂ ਵਿੱਚ ਕਸਟਮਰ ਦੇ ਟੇਸਟ ਲਾਈਕਿੰਗ ਚੇਂਜ ਹੁੰਦੀਆਂ ਰਹਿੰਦੀਆਂ। ਸੋ ਇਹਦੇ ਵਿੱਚ ਕੀ ਆ, ਆਪਣੀ ਸੋਲ ਪ੍ਰੋਪਰਾਈਟਰਸ਼ਿਪ ਮੇਨ ਰੋਲ ਪਲੇ ਕਰੇਗੀ। ਨੈਕਸਟ ਆਇੰਦਾ ਕੁਇਕ ਡਿਸੀਜਨ ਐਂਡ ਪ੍ਰਮੋਟ ਐਕਸ਼ਨ। ਜਿਹੜੇ ਬਿਜ਼ਨਸ ਦੇ ਵਿੱਚ ਜਲਦੀ ਡਿਸੀਜਨ ਲੈਣ ਦੀ ਲੋੜ ਪਏਗੀ ਉਹਦੇ ਲਈ ਵੀ ਇਹ ਸੂਟੇਬਲ ਹੋਏਗਾ। ਰੀਜ਼ਨ ਇਹ ਹੈ ਕਿਉਂਕਿ ਜੇ ਬਿਜ਼ਨਸ ਦੇ ਵਿੱਚ ਡਿਸੀਜਨ ਲੈਣ 'ਚ ਡਿਲੇ ਹੋ ਰਹੀ ਹੈ ਤੇ ਆਪਾਂ ਨੂੰ ਲੋਸ ਵੀ ਬੇਅਰ ਕਰਨਾ ਪੈ ਸਕਦਾ। ਬਟ ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਡਿਸੀਜਨ ਲੈਣ 'ਚ ਕੋਈ ਡਿਲੇ ਨਹੀਂ ਹੁੰਦੀ ਕਿਉਂਕਿ ਉਸ ਪਰਸਨ ਨੇ ਕਿਸੇ ਹੋਰ ਦੇ ਨਾਲ ਡਿਸਕਸ ਨਹੀਂ ਕਰਨਾ ਹੁੰਦਾ। ਨੈਕਸਟ ਆਇੰਦਾ ਸੀਜ਼ਨਲ ਬਿਜ਼ਨਸ। ਸੀਜ਼ਨਲ ਬਿਜ਼ਨਸ ਜਿਹੜਾ ਸੀਜ਼ਨ ਦੇ ਅਕੋਰਡਿੰਗ ਚੇਂਜ ਕਰਨਾ ਪੈਂਦੇ ਆ ਪ੍ਰੋਡਕਟ, ਜਿਸ ਤਰ੍ਹਾਂ ਆਈਸਕ੍ਰੀਮ ਹੋ ਗਿਆ, ਅੰਬ੍ਰੇਲਾ ਹੋ ਗਿਆ, ਆਈਸ ਦਾ ਬਿਜ਼ਨਸ ਹੋ ਗਿਆ, ਗਾਰਮੈਂਟ ਦਾ ਬਿਜ਼ਨਸ ਹੋ ਗਿਆ, ਐਟਸੈਟਰਾ। ਇਹ ਸਾਰੇ ਬਿਜ਼ਨਸ ਦੇ ਵਿੱਚ ਸੋਲ ਪ੍ਰੋਪਰਾਈਟਰਸ਼ਿਪ ਦਾ ਬਿਜ਼ਨਸ ਜੇ ਆਪਾਂ ਕਰੀਏ ਤਾਂ ਬਹੁਤ ਵਧੀਆ ਹੁੰਦਾ ਹੈ ਇੰਸਟੈਂਡ ਆਫ ਪਾਰਟਨਰਸ਼ਿਪ। ਪਾਰਟਨਰਸ਼ਿਪ ਜ਼ਿਆਦਾ ਸੂਟੇਬਲ ਨਹੀਂ ਹੋਏਗੀ, ਸੋਲ ਪ੍ਰੋਪਰਾਈਟਰਸ਼ਿਪ ਜ਼ਿਆਦਾ ਵਧੀਆ ਹੁੰਦੀ ਆ। ਸੋ ਇਹ ਬਿਜ਼ਨਸ ਦੀਆਂ ਟਾਈਪਸ ਆ ਜਿਨ੍ਹਾਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਿਹੜਾ ਬਿਜ਼ਨਸ ਅਸੀਂ ਕਰੀਏ ਇਹਨਾਂ ਬਿਜ਼ਨਸ ਦੀਆਂ ਟਾਈਪਸ ਦੇ ਵਿੱਚੋਂ। ਅੱਗੇ ਆਇੰਦਾ ਲੈਸ ਅਮਾਉਂਟ ਆਫ ਰਿਸਕ। ਜਿੱਥੇ ਆਪਣਾ ਰਿਸਕ ਦੀ ਅਮਾਉਂਟ ਜਿਹੜਾ ਪਰਸਨ ਚਾਹੁੰਦਾ ਕਿ ਸਾਡਾ ਰਿਸਕ ਘੱਟ ਹੋਵੇ ਬਿਜ਼ਨਸ ਦੇ ਵਿੱਚ, ਉਹਦੇ ਲਈ ਵੀ ਇਹ ਸੂਟੇਬਲ ਹੋਏਗਾ। ਨੈਕਸਟ ਆਇੰਦਾ ਲਿਮਿਟਡ ਕੈਪੀਟਲ ਰਿਕੁਆਇਰਮੈਂਟ। ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਆਪਾਂ ਨੂੰ ਜਿਹੜੀ ਕੈਪੀਟਲ ਆ ਉਹ ਵੀ ਘੱਟ ਚਾਹੀਦੀ ਆ। ਸੋ ਇਹ ਕੀ ਹੋ ਗਿਆ ਵਾ, ਲਿਮਿਟਡ ਕੈਪੀਟਲ ਰਿਕੁਆਇਰਮੈਂਟ ਵੀ ਇਹਦੇ ਵਿੱਚ ਹੈਲਪਫੁਲ ਹੁੰਦੀ ਹੈ ਬਿਜ਼ਨਸ ਦੇ ਵਿੱਚ। ਜਿਨ੍ਹਾਂ ਨੂੰ ਕੈਪੀਟਲ ਘੱਟ ਹੁੰਦੀ ਆ ਉਹਦੇ ਲਈ ਸੋਲ ਪ੍ਰੋਪਰਾਈਟਰਸ਼ਿਪ ਬੈਸਟ ਹੁੰਦਾ। ਨੈਕਸਟ ਆ ਜਾਂਦਾ ਐਕਸਪੈਂਸ਼ਨ ਐਂਡ ਗਰੋਥ ਆਫ ਸੋਲ ਪ੍ਰੋਪਰਾਈਟਰਸ਼ਿਪ ਬਿਜ਼ਨਸ। ਹੁਣ ਆਪਾਂ ਸੋਲ ਪ੍ਰੋਪਰਾਈਟਰਸ਼ਿਪ ਬਿਜ਼ਨਸ ਨੂੰ ਐਕਸਪੈਂਡ ਕਰਨਾ ਹੈ, ਇਹਦੀ ਗਰੋਥ ਕਰਨੀ ਆ। ਇਹਦੀ ਗਰੋਥ ਕਰਨ ਦੇ ਆਪਣੇ ਕੋਲ ਦੋ ਅਵੇਲੇਬਲ ਚਾਂਸਸ ਹੁੰਦੇ ਆ। ਫਸਟ ਆ ਜਾਂਦਾ ਵਾ ਆਈਦਰ ਟੂ ਅਪੁਆਇੰਟ ਅ ਸਰਵੈਂਟ, ਜਾਂ ਤਾਂ ਅਸੀਂ ਸਰਵੈਂਟ ਨੂੰ ਅਪੁਆਇੰਟ ਕਰ ਲਈਏ, ਜਾਂ ਇੱਕ ਸੈਕੰਡ ਆਪਸ਼ਨ ਦਾ ਟੂ ਐਡ ਏ ਪਾਰਟਨਰ, ਇਹਦੇ ਵਿੱਚ ਇੱਕ ਪਾਰਟਨਰ ਨੂੰ ਐਡ ਕੀਤਾ ਜਾਵੇ। ਸੋ ਫਸਟ ਪੁਆਇੰਟ ਆ ਜਾਂਦਾ ਟੂ ਅਪੁਆਇੰਟ ਏ ਸਰਵੈਂਟ। ਜੇ ਬਿਜ਼ਨਸ ਦੇ ਵਿੱਚ ਕਿਸੇ ਇੰਪਲੋਈ ਨੂੰ ਆਪਾਂ ਰੱਖਦੇ ਆ, ਠੀਕ ਹੈ, ਉਹਦੇ ਨਾਲ ਆਪਣਾ ਬਿਜ਼ਨਸ ਐਕਸਪੈਂਡ ਕਰਨ 'ਚ ਹੈਲਪਫੁਲ ਹੋਏਗਾ। ਉਹ ਕਿਸ ਤਰ੍ਹਾਂ ਹੋਏਗਾ, ਜਿਹੜਾ ਕੰਮ ਦਾ ਬਰਡਨ ਹੋਏਗਾ ਪ੍ਰੋਪਰਾਈਟਰ ਦਾ ਉਹ ਰਿਡਿਊਸ ਹੋ ਜਾਂਦਾ ਤੇ ਜਿਹੜਾ ਪ੍ਰੋਪਰਾਈਟਰ ਹੁੰਦਾ ਵਾ ਉਹ ਆਪਣਾ ਜਿਹੜਾ ਵਾਧੂ ਟਾਈਮ ਬਚਦਾ ਸਪੇਅਰ ਟਾਈਮ ਉਹਨੂੰ ਐਕਸਪੈਂਸ਼ਨ ਦੇ ਵਿੱਚ, ਐਕਸਪੈਂਸ਼ਨ ਦੇ ਪਲਾਨ ਦੇ ਵਿੱਚ ਲਗਾ ਸਕਦਾ। ਹੁਣ ਉਹਦਾ ਬਰਡਨ ਕੀ ਹੋ ਗਿਆ, ਰਿਡਿਊਸ ਹੋ ਗਿਆ, ਆਪਣਾ ਟਾਈਮ ਉਹ ਯੂਜ਼ਫੁਲ ਕਰ ਸਕਦਾ ਵਾ ਐਕਸਪੈਂਸ਼ਨ ਦੇ ਵਿੱਚ। ਨੈਕਸਟ ਆ ਜਾਂਦੀ ਆ ਮੈਰਿਟਸ ਆਫ ਇੰਪਲੋਇੰਗ ਏ ਸਰਵੈਂਟ। ਹੁਣ ਆਪਾਂ ਨੂੰ ਇਹਦੇ ਕਿਹੜੇ ਕਿਹੜੇ ਫਾਇਦੇ ਹੋਣਗੇ ਜੇ ਆਪਾਂ ਸਰਵੈਂਟ ਇੰਪਲੋਏ ਕਰਦੇ ਆ। ਫਸਟਲੀ ਇਹਦਾ ਕੰਪਲੀਟ ਕੰਟਰੋਲ। ਸੋਲ ਪ੍ਰੋਪਰਾਈਟਰ ਦਾ ਜਿਹੜਾ ਕੰਟਰੋਲ ਉਹਦੇ ਕੋਲ ਹੀ ਰਹਿੰਦਾ ਕਿਉਂਕਿ ਜਿਹੜਾ ਇੰਪਲੋਈ ਆ ਉਹਨੂੰ ਜਿਹੜਾ ਕੰਮ ਦਿੱਤਾ ਜਾਂਦਾ ਉਹਨੇ ਸਿਰਫ ਉਹੀ ਕੰਮ ਕਰਨਾ ਵਾ, ਠੀਕ ਹੈ। ਤੇ ਜਿਹੜਾ ਕੰਟਰੋਲ ਬਿਜ਼ਨਸ ਦਾ ਹੁੰਦਾ ਉਹ ਸਰਵੈਂਟ ਕੋਲ ਨਹੀਂ ਜਾਂਦਾ। ਇਹਦਾ ਮਤਲਬ ਕੰਟਰੋਲ ਕਿਹਦੇ ਕੋਲ ਰਹੇਗਾ, ਆਪਣਾ ਪ੍ਰੋਪਰਾਈਟਰ ਕੋਲ ਰਹੇਗਾ।
ਨੈਕਸਟ ਆਇੰਦਾ ਸੀਕ੍ਰੇਸੀ। ਇਹਦੇ ਵਿੱਚ ਕੋਈ ਵੀ ਆਬਲੀਗੇਸ਼ਨ ਨਹੀਂ ਹੁੰਦੀ ਕਿ ਜਿਹੜਾ ਪ੍ਰੋਪਰਾਈਟਰ ਆ ਆਪਣੇ ਟ੍ਰੇਡ ਦੇ ਸੀਕ੍ਰੇਟ ਸ਼ੇਅਰ ਕਰੇ ਸਰਵੈਂਟ ਦੇ ਨਾਲ। ਨੈਕਸਟ ਆਇੰਦਾ ਨੋ ਸ਼ੇਅਰਿੰਗ ਆਫ ਪ੍ਰੋਫਿਟ। ਪ੍ਰੋਪਰਾਈਟਰ ਨੂੰ ਕਿਸੇ ਵੀ ਤਰ੍ਹਾਂ ਦਾ ਆਪਣਾ ਪ੍ਰੋਫਿਟ ਦੇ ਵਿੱਚ ਸ਼ੇਅਰ ਨਹੀਂ ਦੇਣਾ ਪੈਂਦਾ, ਕਿਉਂਕਿ ਜਿਹੜੇ ਸਰਵੈਂਟ ਆ ਉਹਨੂੰ ਸਿਰਫ ਕੀ ਦਿੱਤੀ ਜਾਂਦੀ ਆ, ਸੈਲਰੀ ਦਿੱਤੀ ਜਾਂਦੀ ਹੈ। ਨੈਕਸਟ ਆਇੰਦਾ ਪ੍ਰਮੋਟ ਡਿਸੀਜਨ। ਪ੍ਰੋਪਰਾਈਟਰ ਨੂੰ ਕਿਸੇ ਵੀ ਤਰ੍ਹਾਂ ਦੇ ਡਿਸਕਸ ਨਹੀਂ ਕਰਨੀ ਪੈਂਦੀ ਸਰਵੈਂਟ ਦੇ ਨਾਲ, ਕੰਸਲਟ ਕਰਨ ਦੀ ਕੋਈ ਲੋੜ ਨਹੀਂ ਹੁੰਦੀ, ਸੋ ਡਿਸੀਜਨ ਲੈਣ ਦੇ ਵਿੱਚ ਕਿਸੇ ਤਰ੍ਹਾਂ ਦੀ ਡਿਲੇ ਨਹੀਂ ਹੁੰਦੀ। ਨੈਕਸਟ ਆਇੰਦਾ ਨੋ ਚੇਂਜ ਇਨ ਦਾ ਫਾਰਮ ਆਫ ਆਰਗੇਨਾਈਜੇਸ਼ਨ। ਜਦੋਂ ਕਿਸੇ ਸਰਵੈਂਟ ਨੂੰ ਵਿੱਚ ਅਪੁਆਇੰਟ ਕੀਤਾ ਜਾਂਦਾ ਬਿਜ਼ਨਸ ਦੇ, ਤਾਂ ਬਿਜ਼ਨਸ ਦੀ ਕਿਸੇ ਵੀ ਤਰ੍ਹਾਂ ਦੀ ਫਾਰਮ ਚੇਂਜ ਨਹੀਂ ਹੁੰਦੀ, ਉਹ ਸੋਲ ਪ੍ਰੋਪਰਾਈਟਰਸ਼ਿਪ ਹੀ ਰਹਿੰਦਾ ਬਿਜ਼ਨਸ। ਅੱਗੇ ਆਉਂਦਾ ਈਜ਼ੀ ਟੂ ਰਿਮੂਵ। ਇਹਨੂੰ ਰਿਮੂਵ ਕਰਨਾ, ਕਿਸੇ ਵੀ ਸਰਵੈਂਟ ਨੂੰ ਬਿਜ਼ਨਸ ਦੇ ਵਿੱਚੋਂ ਰਿਮੂਵ ਕਰਨਾ ਬਹੁਤ ਈਜ਼ੀ ਹੁੰਦਾ ਵਾ। ਨੈਕਸਟ ਆ ਜਾਂਦਾ ਇੰਗੇਜਿੰਗ ਐਨ ਐਕਸਪਰਟ। ਜਿਹੜਾ ਪ੍ਰੋਪਰਾਈਟਰ ਆ ਉਹ ਸਰਵੈਂਟ ਐਜ਼ ਅ ਐਕਸਪਰਟ ਰੱਖ ਸਕਦਾ ਹੈ। ਜੇ ਉਹਨੂੰ ਕਿਸੇ ਐਕਸਪਰਟ ਦੀ ਲੋੜ ਆ, ਉਹਨੂੰ ਆਪਣੇ ਸਰਵੈਂਟ ਦੀ ਤਰ੍ਹਾਂ ਰੱਖ ਸਕਦਾ ਬਿਜ਼ਨਸ ਦੇ ਵਿੱਚ। ਇਹ ਆਪਾਂ ਕੀਤੀਆਂ ਸੀ ਡਿਸਕਸ ਮੈਰਿਟਸ, ਕੀ ਆਪਾਂ ਨੂੰ ਫਾਇਦੇ ਆ। ਨੈਕਸਟ ਆ ਜਾਂਦਾ ਡੀਮੈਰਿਟਸ ਆਫ ਇੰਪਲੋਇੰਗ ਏ ਸਰਵੈਂਟ। ਹੁਣ ਆਪਾਂ ਨੂੰ ਕਿਹੜੇ ਡਿਸਐਡਵਾਂਟੇਜ ਆ ਇਹਨੂੰ ਸਰਵੈਂਟ ਨੂੰ ਇੰਪਲੋਏ ਕਰਨ ਦੇ। ਫਸਟ ਆ ਜਾਂਦਾ ਵਾ ਇੰਕਰੀਜ਼ ਇਨ ਕੈਪੀਟਲ। ਨੋ ਇੰਕਰੀਜ਼ ਇਨ ਕੈਪੀਟਲ ਦਾ ਮਤਲਬ ਜਿਸ ਟਾਈਮ ਤੇ ਸਰਵੈਂਟ ਨੂੰ ਇੰਪਲੋਏ ਕੀਤਾ ਵਾ, ਸਰਵੈਂਟ ਨੂੰ ਬਿਜ਼ਨਸ ਦੇ ਵਿੱਚ ਰੱਖ ਲਿਆ, ਇਹਦੇ ਨਾਲ ਆਪਣੇ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦੇ ਵਿੱਚ ਕੈਪੀਟਲ ਇੰਕਰੀਜ਼ ਨਹੀਂ ਹੁੰਦੀ, ਆਪਣਾ ਕੋਈ ਫਾਇਦਾ ਨਹੀਂ ਹੋਇਆ। ਪਰਮਾਨੈਂਟ ਐਕਸਪੈਂਡੀਚਰ। ਇੱਕ ਇੰਪਲੋਏ ਨੂੰ ਰੱਖਣ ਦੇ ਨਾਲ ਕੀ ਹੋ ਜਾਂਦਾ, ਇੱਕ ਪਰਮਾਨੈਂਟ ਐਕਸਪੈਂਡੀਚਰ ਇੰਕਰੀਜ਼ ਹੋ ਜਾਂਦੇ, ਜਿਵੇਂ ਕਿ ਆਪਾਂ ਨੂੰ ਫਿਕਸ ਸੈਲਰੀ ਦੇਣੀ ਪੈਂਦੀ, ਉਹਨੂੰ ਹਰ ਮੰਥ ਦੇ ਬਾਅਦ ਸੈਲਰੀ ਦੇਣੀ ਹੀ ਪਏਗੀ। ਨੈਕਸਟ ਆਇੰਦਾ ਦਾ ਲੈਕ ਆਫ ਇੰਟਰਸਟ। ਜਿਹੜੇ ਇੰਪਲੋਈ ਕੀਤਾ ਵਾ, ਇੰਪਲੋਈ ਹਮੇਸ਼ਾ ਆਪਣੀ ਸੈਲਰੀ ਤੱਕ ਜਾਂ ਆਪਣਾ ਜਿਹਨੂੰ ਕੰਮ ਦਿੱਤਾ ਜਾਂਦਾ ਵਾ ਸਿਰਫ ਉਹਦੇ ਤੱਕ ਹੀ ਉਹ ਸੀਮਿਤ ਰਹਿੰਦਾ ਵਾ। ਇਹਦਾ ਮਤਲਬ ਕਿ ਉਹ ਜਿਹੜਾ ਇੰਟਰਸਟ ਆਪਣਾ ਜ਼ਿਆਦਾ ਵਧੀਆ ਤਰੀਕੇ ਨਾਲ ਸ਼ੋ ਨਹੀਂ ਕਰਦਾ, ਕਿਉਂਕਿ ਉਹਨਾਂ ਦਾ ਪ੍ਰੋਫਿਟ ਵਿੱਚ ਸ਼ੇਅਰ ਨਹੀਂ ਹੁੰਦਾ। ਨੈਕਸਟ ਆਇੰਦਾ ਲਿਮਿਟਡ ਰਿਸਪੌਂਸਿਬਿਲਿਟੀ। ਜਿਹੜੀ ਸਰਵੈਂਟ ਦੀ ਰਿਸਪੌਂਸਿਬਿਲਿਟੀ ਹੁੰਦੀ ਉਹ ਲਿਮਿਟਡ ਹੁੰਦੀ ਆ, ਉਹਦੀ ਰਿਸਪੌਂਸਿਬਿਲਿਟੀ ਸਿਰਫ ਉੱਥੇ ਤੱਕ ਹੀ ਹੁੰਦੀ ਹੈ ਜਿੰਨਾ ਕੁ ਉਹਨੂੰ ਕੰਮ ਅਸਾਈਨ ਕੀਤਾ ਜਾਂਦਾ, ਇਸ ਤੋਂ ਇਲਾਵਾ ਉਹਦੀ ਰਿਸਪੌਂਸਿਬਿਲਿਟੀ ਨਹੀਂ ਬਣਦੀ। ਨੈਕਸਟ ਆ ਜਾਂਦਾ ਫੀਅਰ ਆਫ ਦਾ ਕੰਪੀਟੀਸ਼ਨ। ਕੰਪੀਟੀਸ਼ਨ ਦਾ ਡਰ ਕਿਸ ਤਰ੍ਹਾਂ ਰਹਿੰਦਾ, ਕਈ ਟਾਈਮ ਕੀ ਹੁੰਦਾ ਕਿ ਜਿਹੜੇ ਸਰਵੈਂਟ ਆ ਉਹ ਬਿਜ਼ਨਸ ਦੇ ਵਿੱਚੋਂ ਕਿਸ ਤਰ੍ਹਾਂ ਬਿਜ਼ਨਸ ਕਰਦੇ ਪਏ ਆ ਉਹ ਸਿੱਖਣ ਤੋਂ ਬਾਅਦ ਉਹ ਆਪਣਾ ਕੰਮ ਸ਼ੁਰੂ ਕਰ ਲੈਂਦੇ ਆ। ਇਹਦੇ ਨਾਲ ਕੀ ਹੁੰਦਾ, ਕੰਪੀਟੀਸ਼ਨ ਇੰਕਰੀਜ਼ ਹੋ ਜਾਂਦਾ। ਨੈਕਸਟ ਆ ਜਾਂਦਾ ਟੂ ਐਡ ਏ ਪਾਰਟਨਰ। ਇਹ ਬਿਜ਼ਨਸ ਨੂੰ ਐਕਸਪੈਂਡ ਕਰਨ ਦਾ ਸੈਕੰਡ ਅਲਟਰਨੇਟਿਵ ਮੈਥਡ ਆ ਟੂ ਐਡ ਏ ਪਾਰਟਨਰ, ਕਿ ਹੁਣ ਬਿਜ਼ਨਸ ਦੇ ਵਿੱਚ ਪਾਰਟਨਰ ਨੂੰ ਐਡ ਕੀਤਾ ਜਾਏਗਾ। ਜਿਸ ਟਾਈਮ ਤੇ ਜਦੋਂ ਆਪਾਂ ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਕਿਸੇ ਪਾਰਟਨਰ ਨੂੰ ਐਡ ਕਰ ਲਿਆ, ਉਹਦੀ ਫਾਰਮ ਬਿਜ਼ਨਸ ਦੀ ਚੇਂਜ ਹੋ ਜਾਂਦੀ ਆ, ਉਹ ਫਿਰ ਸੋਲ ਪ੍ਰੋਪਰਾਈਟਰਸ਼ਿਪ ਤੋਂ ਕਿੰਦੇ ਚ ਚੇਂਜ ਹੋ ਜਾਂਦਾ, ਪਾਰਟਨਰਸ਼ਿਪ ਦੇ ਵਿੱਚ ਚੇਂਜ ਹੋ ਜਾਂਦਾ ਵਾ। ਅੱਗੇ ਆ ਜਾਂਦੇ ਆ ਮੈਰਿਟਸ। ਕਿਹੜੇ ਆਪਾਂ ਨੂੰ ਐਡਵਾਂਟੇਜ ਹੋਣਗੇ। ਫਰਸਟਲੀ ਆਉਂਦਾ ਇੰਕਰੀਜ਼ ਇਨ ਕੈਪੀਟਲ। ਜਦੋਂ ਕਿਸੇ ਪਰਸਨ ਨੂੰ ਐਜ਼ ਅ ਪਾਰਟਨਰ ਬਿਜ਼ਨਸ ਦੇ ਵਿੱਚ ਐਡ ਕੀਤਾ ਜਾਂਦਾ, ਇਹਦੇ ਨਾਲ ਕੀ ਹੈ, ਜਿਹੜੀ ਕੈਪੀਟਲ ਦੀ ਪ੍ਰੋਬਲਮ ਦੂਰ ਹੋ ਜਾਂਦੀ ਹੈ, ਕਿਉਂਕਿ ਉਹ ਪਰਸਨ ਵੀ ਆਪਣੇ ਲਈ ਕੈਪੀਟਲ ਲੈ ਕੇ ਆਉਂਦਾ। ਨੈਕਸਟ ਆਉਂਦਾ ਇਫੈਕਟਿਵ ਮੈਨੇਜਮੈਂਟ ਐਂਡ ਕੰਟਰੋਲ। ਹੁਣ ਜਿਹੜਾ ਕੰਟਰੋਲ ਤੇ ਮੈਨੇਜਮੈਂਟ ਦੋ ਜਾਣੇ ਕੋਲ ਹੋ ਜਾਂਦੀ ਹੈ, ਇਹਦਾ ਮਤਲਬ ਵਧੀਆ ਤਰੀਕੇ ਦੇ ਨਾਲ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਆ। ਅੱਗੇ ਆਉਂਦਾ ਸ਼ੇਅਰਿੰਗ ਆਫ ਰਿਸਕ। ਜਿਹੜਾ ਰਿਸਕ ਸੀਗਾ ਨਿਊ ਪਾਰਟਨਰ ਦੇ ਐਡ ਹੋਣ ਦੇ ਨਾਲ, ਹੁਣ ਰਿਸਕ ਕੀ ਆ, ਦੋ ਪਾਰਟਨਰ ਦੇ ਵਿੱਚ ਡਿਸਟ੍ਰੀਬਿਊਟ ਹੋ ਜਾਏਗਾ। ਇਹ ਕੀ ਹੋ ਗਿਆ, ਰਿਸਕ ਆਪਣਾ ਡਿਵਾਈਡ ਹੋ ਗਿਆ। ਨੈਕਸਟ ਆਉਂਦਾ ਇੰਕਰੀਜ਼ ਇਨ ਗੁੱਡਵਿਲ ਐਂਡ ਲੋਨ ਰੇਜ਼ਿੰਗ ਕੈਪੈਸਿਟੀ। ਜਦੋਂ ਕੋਈ ਪਾਰਟਨਰ ਐਡ ਹੋਇਆ, ਉਹਦੇ ਐਡ ਹੋਣ ਦੇ ਨਾਲ ਆਪਣੇ ਬਿਜ਼ਨਸ ਦੀ ਗੁੱਡਵਿਲ ਵੀ ਐਕਸਪੈਂਡ ਹੁੰਦੀ ਆ। ਗੁੱਡਵਿਲ ਐਕਸਪੈਂਡ ਹੋਣ ਦੇ ਨਾਲ ਆਪਾਂ ਨੂੰ ਲੋਨ ਮਿਲਣ ਦੇ ਚਾਂਸਸ ਵੀ ਇੰਕਰੀਜ਼ ਹੋ ਜਾਂਦੇ ਆ। ਇਹ ਸੀਗੇ ਸਾਰੇ ਮੈਰਿਟਸ। ਨੈਕਸਟ ਆਉਂਦੇ ਡੀਮੈਰਿਟਸ ਆਫ ਐਡਿੰਗ ਏ ਪਾਰਟਨਰ। ਹੁਣ ਆਪਾਂ ਨੂੰ ਕਿਹੜੇ ਨੁਕਸਾਨ ਹੋ ਸਕਦੇ ਆ ਜਦੋਂ ਆਪਾਂ ਨਵਾਂ ਪਾਰਟਨਰ ਐਡ ਕਰਦੇ ਆ। ਫਰਸਟਲੀ ਆਉਂਦਾ ਡਿਲੇ ਇਨ ਡਿਸੀਜਨ ਮੇਕਿੰਗ। ਜਿਹੜਾ ਆਪਾਂ ਡਿਸੀਜਨ ਲੈਣਾ, ਕੋਈ ਵੀ ਕੰਮ ਸਟਾਰਟ ਕਰਨ ਦੇ ਲਈ ਜਾਂ ਕੋਈ ਵੀ ਬਿਜ਼ਨਸ 'ਚ ਡਿਸੀਜਨ ਲੈਣਾ, ਉਹ ਹੁਣ ਦੋਨੋਂ ਪਾਰਟਨਰ ਨੂੰ ਆਪਸ ਦੇ ਵਿੱਚ ਕੰਸਰਨ ਕਰਨਾ ਪੈਂਦਾ। ਸੋ ਇਹਦੇ ਵਿੱਚ ਕੀ ਹੋ ਜਾਂਦਾ, ਡਿਲੇ ਵੀ ਹੋ ਸਕਦੀ ਆ। ਇਹ ਕੀ ਹੋ ਜਾਂਦੀ, ਇੱਕ ਤਰ੍ਹਾਂ ਦੀ ਡਿਸਐਡਵਾਂਟੇਜ ਆ ਜਿਹੜੇ ਆਪਣੇ ਬਿਜ਼ਨਸ ਨੂੰ ਲੋਸ ਵੀ ਦੇ ਸਕਦੀ ਹੈ ਜਦੋਂ ਡਿਸੀਜਨ ਦੇ ਵਿੱਚ ਡਿਲੇ ਹੋ ਜਾਂਦੀ ਹੈ। ਨੈਕਸਟ ਆਉਂਦਾ ਨੋ ਸੀਕ੍ਰੇਸੀ।
ਪਹਿਲਾਂ ਜਦੋਂ ਸੋਲ ਪ੍ਰੋਪਰਾਈਟਰਸ਼ਿਪ ਸੀਗੀ ਉਦੋਂ ਇੱਕ ਪਰਸਨ ਹੀ ਆਪਣੇ ਕੋਲ ਸਾਰੇ ਸੀਕ੍ਰੇਟ ਰੱਖਦਾ ਸੀ, ਬਟ ਹੁਣ ਸਾਰੇ ਸੀਕ੍ਰੇਟ ਦੋਨੋਂ ਪਾਰਟਨਰ ਨੂੰ ਆਪਸ ਦੇ ਵਿੱਚ ਡਿਸਕਸ ਕਰਨੇ ਪੈਂਦੇ ਆ, ਸੋ ਸੀਕ੍ਰੇਟ ਲੀਕ ਹੋਣ ਦੇ ਵੀ ਚਾਂਸਸ ਵੱਧਦੇ ਜਾਂਦੇ ਆ। ਨੈਕਸਟ ਆ ਜਾਂਦਾ ਸ਼ੇਅਰਿੰਗ ਆਫ ਪ੍ਰੋਫਿਟ। ਜਿਸ ਟਾਈਮ ਤੇ ਪ੍ਰੋਫਿਟ ਹੁੰਦਾ ਉਹ ਪ੍ਰੋਫਿਟ ਵੀ ਸਾਨੂੰ ਦੂਸਰੇ ਪਾਰਟਨਰ ਦੇ ਨਾਲ ਸ਼ੇਅਰ ਕਰਨੇ ਪੈਂਦੇ ਆ ਤੇ ਪ੍ਰੋਫਿਟ ਵੀ ਘਟ ਜਾਂਦੇ ਆ। ਸੋ ਇਹ ਕੀ ਹੋ ਗਿਆ, ਸ਼ੇਅਰਿੰਗ ਆਫ ਪ੍ਰੋਫਿਟ ਕੀ ਹੈ, ਡੀਮੈਰਿਟ। ਨੈਕਸਟ ਆ ਜਾਂਦਾ ਡਿਫਿਕਲਟ ਟੂ ਰਿਮੂਵ। ਜਦੋਂ ਪਾਰਟਨਰ ਐਡ ਹੋ ਗਿਆ, ਇੱਕ ਸਰਵੈਂਟ ਨੂੰ ਬਿਜ਼ਨਸ ਦੇ ਵਿੱਚ ਰਿਮੂਵ ਕਰਨਾ ਬਹੁਤ ਈਜ਼ੀ ਹੁੰਦਾ ਐਜ਼ ਕੰਪੈਰੀਜ਼ਨ ਟੂ ਦਾ ਪਾਰਟਨਰ। ਸੋ ਪਾਰਟਨਰ ਨੂੰ ਬਿਜ਼ਨਸ ਦੇ ਵਿੱਚੋਂ ਕੱਢਣਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਵਾ ਵਿਦਆਊਟ ਹਿਜ਼ ਪਰਮਿਸ਼ਨ। ਆਪਾਂ ਉਹਦੀ ਪਰਮਿਸ਼ਨ ਤੋਂ ਬਿਨਾ ਕਿਸੇ ਵੀ ਪਾਰਟਨਰ ਨੂੰ ਬਿਜ਼ਨਸ ਦੇ ਵਿੱਚੋਂ ਕੱਢ ਨਹੀਂ ਸਕਦੇ। ਨੈਕਸਟ ਆ ਜਾਂਦਾ ਡਿਲੀਸ਼ਨ ਆਫ ਦਾ ਕੰਟਰੋਲ। ਪਾਰਟਨਰਸ਼ਿਪ ਤੋਂ ਪਹਿਲਾਂ ਜਦੋਂ ਸੋਲ ਪ੍ਰੋਪਰਾਈਟਰਸ਼ਿਪ ਬਿਜ਼ਨਸ ਸੀਗਾ ਉਹਦੇ ਵਿੱਚ ਸਾਰਾ ਕੰਟਰੋਲ ਕਿੰਦੇ ਕੋਲ ਸੀ, ਇੱਕ ਪ੍ਰੋਪਰਾਈਟਰ ਕੋਲ ਸੀਗਾ। ਬਟ ਜਦੋਂ ਨਵਾਂ ਪਾਰਟਨਰ ਐਡ ਹੋ ਜਾਂਦਾ ਵਾ ਉਹ ਕੀ ਆ, ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਇੱਕ ਦੂਸਰੇ ਦੀ ਕੋਈ ਵੀ ਕੰਮ ਕਰਨ ਲਈ। ਸੋ ਇਹ ਕੀ ਹੋ ਜਾਂਦਾ ਵਾ, ਡਿਲੀਸ਼ਨ ਆਫ ਦਾ ਕੰਟਰੋਲ। ਕੰਟਰੋਲ ਕੀ ਆ ਉਹਨਾਂ ਦਾ ਘਟ ਜਾਂਦਾ। ਸੋ ਇਹ ਸੀਗਾ ਆਪਣਾ ਚੈਪਟਰ ਸੋਲ ਪ੍ਰੋਪਰਾਈਟਰਸ਼ਿਪ, ਜਿੰਦੇ ਵਿੱਚ ਆਪਾਂ ਅੱਜ ਸਾਰਾ ਡਿਸਕਸ ਕੀਤਾ ਕਿ ਇਹਦੇ ਮੈਰਿਟਸ ਤੇ ਡੀਮੈਰਿਟਸ ਸੀਗੇ ਨਵੇਂ ਪਾਰਟਨਰ ਐਡ ਕਰਨ ਦੀਆਂ, ਜੇ ਕਿਸੇ ਸਰਵੈਂਟ ਨੂੰ ਐਡ ਕਰਨ ਦੀ, ਜੇ ਆਪਾਂ ਪ੍ਰੋਪਰਾਈਟਰਸ਼ਿਪ ਬਿਜ਼ਨਸ ਕੀ ਆ ਐਕਸਪੈਂਡ ਕਰਨਾ। ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੋਊਗੀ। ਥੈਂਕ ਯੂ।